ਪਿਆਰੇ ਵਿਦਿਆਰਥੀਓ, ਮੇਰਾ ਨਾਮ ਸੰਦੀਪ ਕੌਰ ਹੈ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਮ ਦੇ ਵਿੱਚ ਬਤੌਰ ਖੇਤੀਬਾੜੀ ਟ੍ਰੇਨਰ ਸੇਵਾ ਨਿਭਾ ਰਹੀ ਹਾਂ। ਅੱਜ ਮੈਂ ਤੁਹਾਨੂੰ 9ਵੀਂ ਕਲਾਸ ਦੇ ਯੂਨਿਟ ਨੰਬਰ 1 ਅਤੇ ਸੈਕਸ਼ਨ ਨੰਬਰ 2 ਬਾਰੇ ਦੱਸਾਂਗੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸੈਕਸ਼ਨ ਨੰਬਰ 2 ਜਿਹੜਾ ਹੈ ਉਸ ਦੇ ਵਿੱਚ ਬ੍ਰਾਂਚਿਸ ਆਫ ਹਾਰਟੀਕਲਚਰ ਐਂਡ ਸਪੈਸ਼ਲ ਹਾਰਟੀਕਲਚਰ ਓਪਰੇਸ਼ਨਸ ਬਾਰੇ ਵਿਸਤਾਰ ਦੇ ਵਿੱਚ ਦੱਸਿਆ ਗਿਆ ਹੈ। ਤਾਂ ਆਪਾਂ ਸ਼ੁਰੂ ਕਰਦੇ ਹਾਂ। ਹਾਰਟੀਕਲਚਰ ਕੀ ਹੁੰਦਾ ਹੈ? ਇਸ ਤੋਂ ਹਾਰਟੀਕਲਚਰ ਇੱਕ ਸਾਇੰਸ ਹੈ ਅਤੇ ਇੱਕ ਆਰਟ ਹੈ ਪ੍ਰੋਡਕਸ਼ਨ ਦੀ, ਯੂਟੀਲਾਈਜੇਸ਼ਨ ਦੀ ਅਤੇ ਇੰਪਰੂਵਮੈਂਟ ਦੀ, ਜਿਹਦੇ ਵਿੱਚ ਕਿ ਫਲ, ਸਬਜ਼ੀਆਂ, ਮਸਾਲਿਆਂ, ਔਰਨਾਮੈਂਟਲ ਪਲਾਂਟਸ ਦੀ ਖੇਤੀ ਬਾਰੇ ਅਤੇ ਉਹਨਾਂ ਦੀ ਸਾਂਭ ਸੰਭਾਲ ਬਾਰੇ ਦੱਸਿਆ ਜਾਂਦਾ ਹੈ। ਹਾਰਟੀਕਲਚਰ ਨੂੰ 4 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਪੋਮੋਲੋਜੀ, ਓਲੇਰੀਕਲਚਰ, ਫਲੋਰੀਕਲਚਰ ਅਤੇ ਪੋਸਟ ਹਾਰਵੈਸਟ ਟੈਕਨੋਲੋਜੀ। ਪੋਮੋਲੋਜੀ ਦਾ ਕੀ ਮਤਲਬ ਹੈ? ਪੋਮੋਲੋਜੀ ਇੱਕ ਲੈਟਿਨ ਲੈਂਗੁਏਜ ਤੋਂ ਲਿਆ ਗਿਆ ਸ਼ਬਦ ਹੈ, ਜਿਹਦਾ ਮਤਲਬ ਹੈ ਫਲਾਂ ਦੀ ਪੜ੍ਹਾਈ। ਫਲਾਂ ਦੇ ਵਿੱਚ ਹੁਣ ਕਿਵੇਂ ਆਉਂਦੇ, ਜਿਵੇਂ ਅੰਬ, ਸੇਬ, ਕੇਲਾ, ਅਮਰੂਦ, ਕਿੰਨੂ, ਇਹਨਾਂ ਬਾਰੇ ਸਾਇੰਟੀਫਿਕ ਸਟੱਡੀ ਜਿਹੜੀ ਹੁੰਦੀ ਹੈ ਉਸਨੂੰ ਪੋਮੋਲੋਜੀ ਕਿਹਾ ਜਾਂਦਾ ਹੈ। ਓਲੇਰੀਕਲਚਰ ਇੱਕ ਲੈਟਿਨ ਲੈਂਗੁਏਜ ਦਾ ਹੀ ਸ਼ਬਦ ਹੈ, ਜਿਹੜਾ ਕਿ ਜਿਸ ਦਾ ਮਤਲਬ ਹੈ ਕਿ ਸਬਜ਼ੀਆਂ ਦੀ ਖੇਤੀ। ਓਲੇਰੀਕਲਚਰ ਦੇ ਵਿੱਚ ਆਪਾਂ ਸਬਜ਼ੀਆਂ ਦੀ ਖੇਤੀ ਬਾਰੇ ਪੜ੍ਹਦੇ ਹਾਂ। ਅਤੇ ਉਸ ਤੋਂ ਬਾਅਦ ਹੁੰਦਾ ਹੈ ਫਲੋਰੀਕਲਚਰ ਅਤੇ ਲੈਂਡਸਕੇਪਿੰਗ। ਫਲੋਰੀਕਲਚਰ ਦੇ ਵਿੱਚ ਫੁੱਲਾਂ ਦੀ ਖੇਤੀ ਬਾਰੇ ਪੜ੍ਹਾਇਆ ਜਾਂਦਾ ਹੈ ਅਤੇ ਨਾਲ ਦੀ ਨਾਲ ਔਰਨਾਮੈਂਟਲ ਕਰੋਪਸ। ਔਰਨਾਮੈਂਟਲ ਕਰੋਪਸ ਉਹਨਾਂ ਬੂਟਿਆਂ ਨੂੰ ਕਿਹਾ ਜਾਂਦਾ ਹੈ ਜੋ ਸਜਾਵਟੀ ਤੌਰ 'ਤੇ ਯੂਜ਼ ਕੀਤੇ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਕੋਈ ਫੁੱਲ ਨਹੀਂ ਆਉਂਦਾ ਪਰ ਸਜਾਵਟ ਦੇ, ਜਿਵੇਂ ਕਿ ਸਜਾਵਟ ਦੇ ਤੌਰ 'ਤੇ ਯੂਜ਼ ਕੀਤੇ ਜਾਂਦੇ, ਜਿਵੇਂ ਕਿ ਪਾਮ ਹੋਏ, ਆਪਣੇ ਜੋ ਪਾਮ ਲੱਗੇ ਹੁੰਦੇ ਨੇ ਪਾਰਕਾਂ ਦੇ ਵਿੱਚ, ਉਹਨਾਂ ਨੂੰ ਕਿਹਾ ਜਾਂਦਾ ਗਾ ਔਰਨਾਮੈਂਟਲ ਕਰੋਪਸ। ਲੈਂਡਸਕੇਪਿੰਗ ਦਾ ਮਤਲਬ ਹੁੰਦਾ ਹੈ ਕਿਸੇ ਵੀ ਜ਼ਮੀਨ ਦੀ, ਜਾਂ ਜਿਵੇਂ ਕਿ ਪੈਲਸ ਬਣੇ ਹੁੰਦੇ ਨੇ ਜਾਂ ਕੋਈ ਮਹਿਲ ਬਣੇ ਹੁੰਦੇ ਆ, ਉਹਨਾਂ ਦੇ ਬਾਹਰ ਜੋ ਇੱਕ ਡਿਜ਼ਾਇਨਿੰਗ ਕੀਤੀ ਜਾਂਦੀ ਹੈ ਉਹਨਾਂ ਦੀ ਬਿਊਟੀਫਿਕੇਸ਼ਨ ਦੇ ਲਈ, ਉਹਨਾਂ ਨੂੰ ਹੋਰ ਸੁੰਦਰ ਦਿਖਾਉਣ ਦੇ ਲਈ, ਉਹਨੂੰ ਲੈਂਡਸਕੇਪ ਡਿਜ਼ਾਇਨਿੰਗ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਪੋਸਟ ਹਾਰਵੈਸਟ ਟੈਕਨੋਲੋਜੀ। ਪੋਸਟ ਹਾਰਵੈਸਟ ਟੈਕਨੋਲੋਜੀ ਵੀ ਹਾਰਟੀਕਲਚਰ ਦੀ ਹੀ ਬ੍ਰਾਂਚ ਹੈ, ਜਿਹਦੇ ਵਿੱਚ ਸਬਜ਼ੀਆਂ, ਫਲ ਜਾਂ ਫੁੱਲਾਂ ਦੀ ਤੁੜਾਈ ਤੋਂ ਬਾਅਦ ਆਪਾਂ ਉਹਨਾਂ ਦੀ ਸਾਂਭ ਸੰਭਾਲ ਅਤੇ ਉਹਨਾਂ ਨੂੰ ਸਟੋਰ ਕਿਵੇਂ ਕਰਨਾ ਹੈ, ਪੈਕਿੰਗ ਕਿਵੇਂ ਕਰਨੀ ਹੈ, ਅਤੇ ਜ਼ਿਆਦਾ ਤਾਂ ਕਿ ਜੋ ਕਿਸਾਨ ਉਹਨਾਂ ਨੂੰ ਉਗਾ ਰਿਹਾ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੋਫਿਟ ਹੋਵੇ, ਉਸ ਤਰੀਕੇ ਨਾਲ ਸਾਂਭ ਸੰਭਾਲ ਦੇ ਤਰੀਕੇ ਦੱਸੇ ਜਾਂਦੇ ਹਨ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਫਲ ਅਤੇ ਸਬਜ਼ੀਆਂ ਦੇ ਵਿੱਚ ਕੀ ਫ਼ਰਕ ਹੁੰਦਾ ਹੈ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਫਲ ਹਮੇਸ਼ਾ ਰੰਗ ਬਿਰੰਗੇ ਆਪਾਂ ਨੂੰ ਦਿਖਦੇ ਹਨ। ਜਿਵੇਂ ਕਿ ਕੋਈ ਫਲ ਲਾਲ ਰੰਗ ਦਾ ਹੁੰਦਾ ਹੈ, ਕੋਈ ਪੀਲੇ ਦਾ, ਕੋਈ ਹੁੰਦਾ ਹੈ ਆਪਣਾ ਸੰਤਰੀ ਰੰਗ ਦਾ, ਅਤੇ ਸਬਜ਼ੀਆਂ ਖਾਸ ਤੌਰ 'ਤੇ ਆਪਾਂ ਨੂੰ ਹਰੇ ਰੰਗ ਦੇ ਵਿੱਚ ਹੀ ਮਿਲਦੀਆਂ ਹਨ। ਫਲਾਂ ਨੂੰ ਪੱਕਣ ਤੋਂ ਬਾਅਦ ਖਾਣਾ ਪ੍ਰੈਫਰ ਕੀਤਾ ਜਾਂਦਾ ਹੈ। ਦੂਸਰੀ ਥਾਂ 'ਤੇ ਸਬਜ਼ੀਆਂ ਜੋ ਨੇ ਉਹ ਕੱਚੀਆਂ ਖਾਧੀਆਂ ਜਾਂਦੀਆਂ ਹਨ। ਜ਼ਿਆਦਾਤਰ ਸਬਜ਼ੀਆਂ ਕੱਚੀਆਂ ਹੀ ਖਾਧੀਆਂ ਜਾਂਦੀਆਂ ਹਨ। ਅਤੇ ਇਹ ਫਲ ਜਿਹੜੇ ਹੁੰਦੇ ਨੇ ਸਵਾਦ ਦੇ ਵਿੱਚ ਮਿੱਠੇ ਹੁੰਦੇ ਹਨ। ਦੂਸਰੀ ਥਾਂ ਸਬਜ਼ੀਆਂ ਮਿੱਠੀਆਂ, ਖੱਟੀਆਂ ਅਤੇ ਜ਼ਿਆਦਾਤਰ ਨੇਚਰ ਦੇ ਵਿੱਚ ਸਲਾਈਨ ਹੁੰਦੀਆਂ ਹਨ। ਫਲ ਜ਼ਿਆਦਾ ਤੌਰ 'ਤੇ ਐਸਿਡਿਕ ਹੁੰਦੇ ਹਨ ਅਤੇ ਸਬਜ਼ੀਆਂ ਜੋ ਐਲਕਲਾਈਨ ਜਾਂ ਸਲਾਈਨ ਨੇਚਰ ਦੀਆਂ ਹੁੰਦੀਆਂ ਹਨ। ਫਲਾਂ ਦੇ ਵਿੱਚ ਜ਼ਿਆਦਾ ਅਮਾਊਂਟ ਦੇ ਵਿੱਚ ਵਿਟਾਮਿਨਸ ਹੁੰਦੇ ਨੇ, ਮਿਨਰਲਸ ਹੁੰਦੇ ਨੇ, ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਦੂਸਰੀ ਥਾਂ 'ਤੇ ਸਬਜ਼ੀਆਂ ਦੇ ਵਿੱਚ ਜਿਹੜੇ ਨੇ ਉਹ ਕਈ ਤਰ੍ਹਾਂ ਦੇ ਈਵਨ ਮਿਨਰਲਸ ਦੇ ਨਾਲ ਕਈ ਤਰ੍ਹਾਂ ਦੇ ਟ੍ਰੇਸਿਸ ਆਫ ਐਲੀਮੈਂਟਸ ਪਾਏ ਜਾਂਦੇ ਨੇ। ਕਿਸੇ ਸਬਜ਼ੀ ਦੇ ਵਿੱਚ ਕੋਈ ਖਾਸ ਮਿਨਰਲ ਦਾ ਅਮਾਊਂਟ ਜ਼ਿਆਦਾ ਹੁੰਦਾ ਅਤੇ ਕਿਸੇ ਦੇ ਵਿੱਚ ਕਿਸੇ ਹੋਰ ਖਾਸ ਮਿਨਰਲ ਦਾ ਅਮਾਊਂਟ ਜ਼ਿਆਦਾ ਹੁੰਦਾ ਹੈ। ਉਸ ਤੋਂ ਬਾਅਦ ਆਪਾਂ ਪੜ੍ਹਾਂਗੇ ਸਬਜ਼ੀਆਂ ਦੀ ਕਲਾਸੀਫਿਕੇਸ਼ਨ ਬਾਰੇ। ਸਬਜ਼ੀਆਂ ਦੀ ਕਲਾਸੀਫਿਕੇਸ਼ਨ ਬਾਰੇ ਵਿੱਚ ਸਬਜ਼ੀਆਂ ਨੂੰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ ਉਹਨਾਂ ਨੂੰ ਉਗਾਉਣ ਦੇ ਸਮੇਂ ਦੇ ਤੌਰ 'ਤੇ, ਉਹਨਾਂ ਦੀ ਬਣਾਵਟ ਦੇ ਤੌਰ 'ਤੇ, ਉਹਨਾਂ ਦੇ ਵਿੱਚ ਪਲਾਂਟਿੰਗ ਦੇ ਮੈਥਡ ਦੇ ਤੌਰ 'ਤੇ, ਅਤੇ ਕਿਸ ਤਰ੍ਹਾਂ ਕੀ ਉਹਨਾਂ ਦੀਆਂ ਰਿਕੁਆਇਰਮੈਂਟਸ ਹੁੰਦੀਆਂ ਉਹਨਾਂ ਦੇ ਹਿਸਾਬ ਨਾਲ। ਇਹਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਨੇਚਰ ਆਫ ਪਲਾਂਟ ਵੀ ਮਤਲਬ ਉਹਦੀ ਬਣਤਰ ਕਿਵੇਂ ਦੀ ਆ, ਬੂਟੇ ਦੀ ਉਗਣ ਦਾ ਤਰੀਕਾ ਕਿਸ ਤਰ੍ਹਾਂ ਦਾ ਗਾ, ਜਾਂ ਉਹਦੀ ਬਣਾਵਟ ਕਿਸ ਤਰ੍ਹਾਂ ਦੀ ਆ। ਪਹਿਲੀ ਇਹਦੇ ਵਿੱਚ ਆਉਂਦੀ ਹੈ ਕਲਾਸੀਫਿਕੇਸ਼ਨ ਹਰਬੇਸ਼ੀਅਸ ਐਂਡ ਸਕੂਲੈਂਟ। ਹਰਬੇਸ਼ੀਅਸ ਪਲਾਂਟ ਉਹਨਾਂ ਨੂੰ ਕਿਹਾ ਜਾਂਦਾ ਹਰਬਸ ਦੀ ਤਰ੍ਹਾਂ ਉੱਗਦੇ ਹਨ,
ਜਿਵੇਂ ਕਿ ਸਾਰੀਆਂ ਲੀਫੀ ਸਬਜ਼ੀਆਂ ਜੋ ਪੱਤਿਆਂ ਵਾਲੀਆਂ ਸਬਜ਼ੀਆਂ ਹੁੰਦੀਆਂ ਨੇ ਉਹ ਇਹ ਬ੍ਰਾਂਚ ਦੇ ਵਿੱਚ ਆਉਂਦੀ ਆ। ਜਿਵੇਂ ਕਿ ਪਾਲਕ, ਮੇਥੀ ਉਹ ਹਰਬੇਸ਼ੀਅਸ ਪਲਾਂਟਸ 'ਚ ਆਉਂਦੇ ਨੇ। ਸ਼ਰਬਸ ਜੋ ਝਾੜੀਆਂ ਦੀ ਤਰ੍ਹਾਂ ਉੱਗਦੇ ਹੋਣ, ਜਿਵੇਂ ਕਿ ਬਰਿੰਜਲ, ਆਪਣੇ ਬਤਾਊ ਹੁੰਦੇ ਨੇ, ਟਮਾਟਰ ਜਿਹੜੇ ਡਿਟਰਮੀਨੇਟ ਟਮਾਟਰ ਹੁੰਦੇ ਨੇ ਉਹ ਇਹ ਬ੍ਰਾਂਚ ਦੇ ਵਿੱਚ ਆਉਂਦੇ। ਉਸ ਤੋਂ ਬਾਅਦ ਦਰਖਤ, ਜਿਵੇਂ ਕਿ ਸੁਹਾਂਜਣਾ ਆਪਾਂ ਅੱਜ ਕੱਲ੍ਹ ਦੇਖਦੇ ਹਾਂਗੇ, ਉਹ ਇੱਕ ਤਰ੍ਹਾਂ ਦੀ ਸਬਜ਼ੀ ਹੈ ਜੋ ਕਿ ਉਹਦੀਆਂ ਫਲੀਆਂ ਲੱਗਦੀਆਂ ਨੇ, ਫਲੀਆਂ ਨੂੰ ਸਬਜ਼ੀ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ, ਜਿਹੜੇ ਕਿ ਇੱਕ ਦਰਖਤ 'ਤੇ ਲੱਗਦੀਆਂ ਹਨ। ਵਾਈਨਸ ਦਾ ਮਤਲਬ ਹੁੰਦਾ ਹੈ ਬੇਲਾਂ, ਜਿਵੇਂ ਕਿ ਹੁਣ ਕੱਦੂ ਜਾਤੀ ਦੀਆਂ ਜਿੰਨੀਆਂ ਵੀ ਸਬਜ਼ੀਆਂ ਨੇ ਸਾਰੀਆਂ ਬੇਲਾਂ 'ਤੇ ਹੀ ਉੱਗਦੀਆਂ ਨੇ। ਜਿਵੇਂ ਕਿ ਕੱਦੂ, ਤੋਰੀਆਂ, ਇਹ ਸਾਰੀਆਂ ਸਬਜ਼ੀਆਂ ਜਿਹੜੀਆਂ ਨੇ ਬੇਲਾਂ 'ਤੇ ਉੱਗਦੀਆਂ ਹਨ। ਲਾਈਫ ਸਪੇਨ ਦਾ ਮਤਲਬ ਹੁੰਦਾ ਹੈ ਸੀਡ ਦੇ ਜਰਮੀਨੇਟ ਹੋਣ ਤੋਂ ਬਾਅਦ ਉਸਦੀ ਡੈਥ ਤੱਕ ਦਾ ਜੋ ਟਾਈਮ ਹੁੰਦਾ ਹੈ, ਸੀਡ ਦੀ ਮੈਚਿਓਰਿਟੀ ਵੀ ਇਹਦੇ ਵਿੱਚ ਹੀ ਆ ਜਾਂਦੀ ਹੈ ਵੀ ਸੀਡ ਪ੍ਰੋਡਕਸ਼ਨ ਤੱਕ ਦਾ ਟਾਈਮ ਹੈ ਜਿਹੜਾ ਉਹਨੂੰ ਲਾਈਫ ਸਪੇਨ ਦੇ ਵਿੱਚ ਕਾਊਂਟ ਕੀਤਾ ਜਾਂਦਾ। ਐਨੂਅਲ ਕ੍ਰੌਪ ਉਹਨਾਂ ਨੂੰ ਕਿਹਾ ਜਾਂਦੀਆਂ ਹੈ ਜੋ ਸਬਜ਼ੀਆਂ ਆਪਦੀ ਉਮਰ ਨੂੰ ਇੱਕ ਸੀਜ਼ਨ ਦੇ ਵਿੱਚ ਕੰਪਲੀਟ ਕਰ ਲੈਣ। ਜਿਵੇਂ ਕਿ ਆਪਾਂ ਕੱਦੂ ਜਾਤੀ ਦੇ ਸਬਜ਼ੀਆਂ ਨੂੰ ਕਹਿ ਸਕਦੇ ਹਾਂ, ਅਤੇ ਮਟਰ ਹੋਏ, ਇਹਨਾਂ ਨੂੰ ਇਹ ਐਨੂਅਲ ਦੇ ਵਿੱਚ ਆਉਂਦੇ ਹਨ। ਬਾਈਨੀਅਲ ਦੇ ਵਿੱਚ ਜਿਵੇਂ ਕਿ ਗਾਜਰਾਂ ਦੇ ਵਿੱਚ ਇਹ ਹੁੰਦਾ ਹੈ ਕਿ ਉਹ ਆਪਦੀ ਵੈਜੀਟੇਟਿਵ ਗਰੋਥ ਜਿਹੜੀ ਆ ਉਹ ਤਾਂ ਪੂਰੀ ਕਰਦੇ ਨੇ ਸਰਦੀ ਦੇ ਵਿੱਚ, ਅਤੇ ਜਿਹੜਾ ਉਹਨਾਂ ਦੇ ਵਿੱਚ ਸੀਡ ਪ੍ਰੋਡਕਸ਼ਨ ਆ ਉਹ ਉਸ ਤੋਂ ਅਗਲੇ ਸੀਜ਼ਨ ਦੇ ਵਿੱਚ ਹੁੰਦਾ ਹੈ। ਇਵੇਂ ਹੀ ਮੂਲੀਆਂ ਦੇ ਵਿੱਚ ਹੁੰਦਾ ਹੈ, ਪਿਆਜ਼ ਦੇ ਵਿੱਚ ਹੁੰਦਾ ਹੈ। ਇਹ ਸਾਰੀਆਂ ਬਾਈਨੀਅਲ ਕ੍ਰੌਪਸ ਨੇ। ਪੀਰੀਨੀਅਲ ਕ੍ਰੌਪਸ ਉਹ ਹੁੰਦੇ ਨੇ ਜਿਹੜੇ ਪਲਾਂਟ ਦੀ ਉਮਰ 2 ਤੋਂ ਜ਼ਿਆਦਾ ਸਾਲਾਂ ਦੀ ਹੋਵੇ ਅਤੇ ਜਿਹਦੇ ਤੋਂ ਆਪਾਂ ਹਰ ਸਾਲ ਫਲ ਲੈ ਸਕੀਏ। ਜਿਵੇਂ ਕਿ ਪਰਮਲ ਦੀ ਬੇਲ ਜਿਹੜੀ ਹੁੰਦੀ ਹੈ ਇੱਕ ਪੀਰੀਨੀਅਲ ਕ੍ਰੌਪ ਦੇ ਵਿੱਚ ਆਉਂਦੀ ਆ। ਉਸ ਤੋਂ ਬਾਅਦ ਆਉਂਦਾ ਹੈ ਮੈਥਡ ਆਫ ਪ੍ਰੋਪੇਗੇਸ਼ਨ ਦੇ ਵਿੱਚ ਆਪਾਂ ਸਬਜ਼ੀਆਂ ਨੂੰ ਡਿਵਾਈਡ ਕਰਦੇ ਹਾਂ 2 ਤਰੀਕਿਆਂ ਨਾਲ, ਸੈਕਸ਼ੂਅਲ ਪ੍ਰੋਪੇਗੇਸ਼ਨ ਐਂਡ ਅਸੈਕਸ਼ੂਅਲ ਪ੍ਰੋਪੇਗੇਸ਼ਨ। ਸੈਕਸ਼ੂਅਲ ਪ੍ਰੋਪੇਗੇਸ਼ਨ ਜਿਹਦੇ ਵਿੱਚ ਕਿ ਬੀਜ ਬਣਦਾ ਹੈ। ਅਸੈਕਸ਼ੂਅਲ ਪ੍ਰੋਪੇਗੇਸ਼ਨ ਜਦੋਂ ਆਪਾਂ ਸਬਜ਼ੀ ਨੂੰ ਅੱਗੇ ਵਧਾਉਣੇ ਆ ਉਹਦੇ ਤੋਂ ਕਟਿੰਗ ਕਰਕੇ ਜਾਂ ਉਹਦੇ ਟਿਊਬਰ ਲੈ ਕੇ, ਜਿਵੇਂ ਕਟਿੰਗ ਆਪਾਂ ਕਾਹਦੇ ਤੋਂ ਲੈਂਦੇ ਹਾਂ, ਪਰਮਲ ਦੀ ਆਪਾਂ ਕਟਿੰਗ ਤੋਂ ਆਪਾਂ ਵੇਲ ਉਗਾ ਸਕਦੇ ਹਾਂ। ਦੂਸਰੇ ਨੰਬਰ 'ਤੇ ਜਿਵੇਂ ਟਿਊਬਰਸ ਆਲੂ ਜਿਹੜੇ ਨੇ ਉਹ ਟਿਊਬਰ ਤੋਂ ਗਰੋ ਹੁੰਦੇ ਆ, ਨਾ ਕਿ ਸੀਡ ਤੋਂ। ਬਲਬਸ ਜਿਵੇਂ ਕਿ ਆਪਣੇ ਹੋ ਗਏ ਲਸਣ, ਉਹ ਬਲਬਸ ਤੋਂ ਗਰੋ ਕੀਤਾ ਜਾਂਦਾ ਗਾ। ਅਤੇ ਉਸ ਤੋਂ ਬਾਅਦ ਰਾਈਜ਼ਮਸ ਜਿਵੇਂ ਅਦਰਕ ਹੈ ਉਹਨਾਂ ਨੂੰ ਆਪਾਂ ਰਾਈਜ਼ਮਸ ਤੋਂ ਗਰੋ ਕਰਦੇ ਹਾਂ। ਮਤਲਬ ਪ੍ਰੋਪੇਗੇਸ਼ਨ ਦਾ ਮੈਥਡ ਜਦੋਂ ਆਪਾਂ ਨੂੰ ਉਗਾਉਂਦੇ ਹਾਂ ਤਾਂ ਕਿਹੜੇ ਤਰੀਕੇ ਨਾਲ ਉਗਾਉਂਦੇ ਹਾਂ ਉਹਦੇ ਹਿਸਾਬ ਨਾਲ ਡਿਵਾਈਡ ਕੀਤਾ ਗਿਆ। ਉਸ ਤੋਂ ਬਾਅਦ ਚੌਥੇ ਨੰਬਰ 'ਤੇ ਆਉਂਦਾ ਹੈ ਮੈਥਡ ਆਫ ਪਲਾਂਟਿੰਗ। ਡਾਇਰੈਕਟ ਸੋਇੰਗ ਕਰਦੇ ਹਾਂ, ਸਿੱਧੀ ਬਿਜਾਈ ਕਰਨਾ, ਜਿਵੇਂ ਕਿ ਆਪਾਂ ਮੂਲੀਆਂ ਦੇ ਵਿੱਚ ਕਰਦੇ ਹਾਂ, ਸਿੱਧਾ ਬੀਜਦੇ ਹਾਂ ਪਲਾਂਟ। ਟਰਾਂਸਪਲਾਂਟਿੰਗ ਆਪਾਂ ਕਿਹੜੀਆਂ ਫਸਲਾਂ ਦੇ ਵਿੱਚ ਕਰਦੇ ਹਾਂ, ਜਿਵੇਂ ਕਿ ਪਿਆਜ਼ ਹੋ ਗਿਆ, ਉਹਦੇ ਵਿੱਚ ਪਹਿਲਾਂ ਪਨੀਰੀ ਤਿਆਰ ਕੀਤੀ ਜਾਂਦੀ ਹੈ, ਫਿਰ ਉਹਨੂੰ ਜਿੱਥੇ ਮੇਨ ਫੀਲਡ ਹੁੰਦਾ ਉੱਥੇ ਟਰਾਂਸਪਲਾਂਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਕ੍ਰੌਪਸ ਗਰੋਨ ਫਰੋਮ ਅੰਡਰਗਰਾਊਂਡ ਪਾਰਟਸ। ਕ੍ਰੌਪਸ ਜਿਹੜੀਆਂ ਉਗਾਈਆਂ ਜਾਂਦੀਆਂ ਨੇ ਅੰਡਰਗਰਾਊਂਡ ਪਾਰਟਸ ਦੇ ਵਿੱਚੋਂ, ਜਿਹੜੇ ਕਿ ਜ਼ਮੀਨ ਦੇ ਨੀਚੇ ਹੁੰਦੇ ਨੇ, ਜਿਵੇਂ ਕਿ ਆਲੂ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇੰਟਰਕਲਚਰਲ ਪ੍ਰੈਕਟਿਸਿਸ ਦੇ ਹਿਸਾਬ ਦੇ ਨਾਲ। ਕਲਚਰਲ ਪ੍ਰੈਕਟਿਸਿਸ ਦੇ ਹਿਸਾਬ ਦੇ ਨਾਲ ਸਬਜ਼ੀਆਂ ਨੂੰ 6 ਅਲੱਗ ਅਲੱਗ ਕਲਾਸੀਫਿਕੇਸ਼ਨ ਦੇ ਵਿੱਚ ਵੰਡਿਆ ਗਿਆ ਹੈ। ਜਿਵੇਂ ਕਿ ਸੋਲੇਨੇਸ਼ੀਆ ਕ੍ਰੌਪਸ, ਕੋਲ ਕ੍ਰੌਪਸ, ਲੀਫੀ ਵੈਜੀਟੇਬਲ, ਪੌਡਸ ਔਰ ਕੈਪਸਿਊਲਸ, ਕੁਕਰਬਿਟਸ, ਰੂਟ ਕ੍ਰੌਪਸ। ਸੋਲੇਨੇਸ਼ੀਆ ਕ੍ਰੌਪਸ ਕਿਹੜੀਆਂ ਹੁੰਦੀਆਂ ਨੇ, ਇਹ ਜਿਹੜੀਆਂ ਜਿਵੇਂ ਕਿ ਟਮਾਟਰ, ਆਲੂ, ਬਰਿੰਜਲ, ਇਹ ਸੋਲੇਨੇਸ਼ੀਆ ਫੈਮਿਲੀ ਦੇ ਵਿੱਚ ਆਉਂਦਾ ਹੈ। ਉਸ ਤੋਂ ਬਾਅਦ ਹੁੰਦੇ ਕੋਲ ਕ੍ਰੌਪ ਜਿਹੜੇ ਸਾਰੇ ਗੋਭੀ ਦੀ ਫੈਮਿਲੀ ਦੇ ਨਾਲ ਲਿੰਕਡ ਹੁੰਦੀਆਂ, ਜਿਵੇਂ ਕਿ ਪੱਤਾ ਗੋਭੀ ਹੋ ਗਈ, ਬਰੋਕਲੀ ਹੋ ਗਈ, ਲੈਟਸ ਹੋ ਗਈ, ਇਹ ਸਾਰੀਆਂ ਚੀਜ਼ਾਂ ਕੋਲ ਕ੍ਰੌਪਸ ਦੇ ਵਿੱਚ ਆਉਂਦੀਆਂ। ਲੀਫੀ ਵੈਜੀਟੇਬਲ, ਜੋ ਪੱਤਿਆਂ ਵਾਲੀਆਂ ਸਬਜ਼ੀਆਂ, ਜਿਵੇਂ ਕਿ ਆਪਾਂ ਪਾਲਕ, ਮੇਥੀ, ਇਹ ਲੀਫੀ ਵੈਜੀਟੇਬਲਸ ਦੇ ਵਿੱਚ। ਪੌਡ ਅਤੇ ਕੈਪਸਿਊਲ, ਪੌਡ ਦਾ ਮਤਲਬ ਹੁੰਦਾ ਹੈ ਕਿ ਫਲੀ ਜਾਂ ਫਲੀ ਬਣਨਾ। ਹੁਣ ਫਲੀਆਂ ਦੇ ਤੌਰ 'ਤੇ ਆਪਾਂ ਕਿਹੜੀ ਸਬਜ਼ੀ ਨੂੰ ਯੂਜ਼ ਕਰਦੇ ਆ, ਜਿਵੇਂ ਕਿ ਮਟਰ ਫਲੀਆਂ ਹੀ ਹੋ ਗਈਆਂ, ਗਵਾਰਾ ਫਲੀਆਂ ਹੋ ਗਈਆਂ, ਇਹਨਾਂ ਨੂੰ। ਕੁਕਰਬਿਟਸ ਕਿਹਾ ਜਾਂਦਾ ਕੱਦੂ ਜਾਤੀ ਦੀਆਂ ਫਸਲਾਂ ਨੂੰ, ਜਿਵੇਂ ਕਿ ਕੱਦੂ, ਬਿਟਰ ਗੋਰਡਸ, ਤੋਰੀਆਂ,
ਇਹ ਸਾਰੇ ਕੱਦੂ ਜਾਤੀ ਦੇ, ਪੇਠਾ, ਇਹ ਸਾਰੇ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਵਿੱਚ ਆਉਂਦੇ ਹਨ। ਉਸ ਤੋਂ ਬਾਅਦ ਰੂਟ ਕ੍ਰੌਪਸ ਜਿਵੇਂ ਕਿ ਆਪਾਂ ਮੂਲੀ, ਗਾਜਰਾਂ, ਸ਼ਲਗਮ ਇਹਨਾਂ ਨੂੰ ਗਰੋ ਕਰਦੇ ਹਾਂ। ਫਿਰ ਹੁੰਦਾ ਹੈ ਕਲਾਈਮੇਟਿਕ ਰਿਕੁਆਇਰਮੈਂਟ ਦਾ ਮਤਲਬ ਹੁੰਦਾ ਹੈ ਮੌਸਮ ਦੇ ਹਿਸਾਬ ਦੇ ਨਾਲ, ਜਿਵੇਂ ਕਿ ਟੈਂਪਰੇਟ ਵੈਜੀਟੇਬਲਸ, ਟਰੋਪੀਕਲ ਐਂਡ ਸਬ ਟਰੋਪੀਕਲ। ਟੈਂਪਰੇਟ ਵੈਜੀਟੇਬਲਸ ਉਹ ਸਬਜ਼ੀਆਂ ਹੁੰਦੀਆਂ ਨੇ ਜੋ ਠੰਡੇ ਇਲਾਕਿਆਂ ਦੇ ਵਿੱਚ ਉਗਾਈਆਂ ਜਾ ਸਕਦੀਆਂ ਨੇ, ਜਿਵੇਂ ਕਿ ਆਪਣੇ ਠੰਡੇ ਮੌਸਮ ਹੁੰਦਾ ਹੈ ਉਸ ਟਾਈਮ ਆਪਾਂ ਕਹਿੰਦੇ ਉਹ ਟੈਂਪਰੇਟ ਵੈਜੀਟੇਬਲਸ ਆ। ਗਾਜਰਾਂ, ਗੋਭੀ, ਇਹ ਟੈਂਪਰੇਟ ਵੈਜੀਟੇਬਲਸ ਆ ਜਾਂਦੀਆਂ ਨੇ। ਦੂਸਰੀਆਂ ਹੁੰਦੀਆਂ ਨੇ ਟਰੋਪੀਕਲ ਅਤੇ ਸਬ ਟਰੋਪੀਕਲ, ਜੋ ਸਮੁੰਦਰ ਦੇ ਨਾਲ ਜਾਂ ਫਿਰ ਆਪਣੀਆਂ ਕੰਡੀਸ਼ਨਸ ਜਿਵੇਂ ਸਬ ਟਰੋਪੀਕਲ ਕੰਡੀਸ਼ਨਸ ਆ ਉਹਨਾਂ ਦੇ ਵਿੱਚ ਗਰੋ ਕੀਤੀਆਂ ਜਾਣ ਵਾਲੀਆਂ ਸਬਜ਼ੀਆਂ ਨੇ, ਉਹਨਾਂ ਨੂੰ ਕਿਹਾ ਜਾਂਦਾ ਹੈ। ਜਿਵੇਂ ਟਰੋਪੀਕਲ ਦੇ ਵਿੱਚ ਯਾਮਸ, ਕੰਦ ਜਿਹੜੇ ਹੁੰਦੇ ਆ ਉਹ ਟਰੋਪੀਕਲ ਏਰੀਆ ਦੇ ਵਿੱਚ ਹੀ ਗਰੋ ਹੋ ਸਕਦੇ ਹੈਗੇ। ਅਤੇ ਦੂਸਰੇ ਨੰਬਰ 'ਤੇ ਸਬ ਟਰੋਪੀਕਲ ਕੰਡੀਸ਼ਨ 'ਚ ਹੋਣ ਵਾਲੀਆਂ ਸਬਜ਼ੀਆਂ, ਜਿੰਨੀਆਂ ਸਬਜ਼ੀਆਂ ਪੰਜਾਬ ਦੇ ਵਿੱਚ ਹੁੰਦੀਆਂ ਹਨ ਉਗਾਈਆਂ, ਉਹ ਸਬ ਟਰੋਪੀਕਲ ਕੰਡੀਸ਼ਨਸ ਦੇ ਵਿੱਚ ਆ ਜਾਂਦੀਆਂ ਨੇ। ਸਪੈਸੀਫਿਕਲੀ ਜੇ ਆਪਾਂ ਕੱਦੂ ਜਾਤੀ ਦੀਆਂ ਫਸਲਾਂ ਦੀ ਗੱਲ ਕਰਦੇ ਹਾਂ। ਸੀਜ਼ਨ ਆਫ ਗਰੋਥ ਵੀ ਕਿਹੜੇ ਸੀਜ਼ਨ ਦੇ ਵਿੱਚ ਉਹ ਆਪਦੀ ਗਰੋਥ ਕਰਦੇ ਹਨ, ਜਿਵੇਂ ਕਿ ਖਰੀਫ, ਰੱਬੀ, ਸਮਰ। ਖਰੀਫ ਸੀਜ਼ਨ ਦੀਆਂ ਸਬਜ਼ੀਆਂ ਜੋ ਕਿ ਸਾਉਣੀ ਦੀਆਂ ਸਬਜ਼ੀਆਂ ਦੇ ਵਿੱਚ ਆ ਜਾਂਦਾ ਹੈ। ਰੱਬੀ ਦੀਆਂ ਜੋ ਠੰਡਾਂ ਦੇ ਵਿੱਚ ਉਗਾਈਆਂ ਜਾਂਦੀਆਂ ਹਨ, ਜਿਵੇਂ ਕਿ ਹੁਣ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਮਟਰ, ਗਾਜਰ, ਗੋਭੀ, ਇਹ ਸਾਰੇ ਆ ਜਾਂਦੇ ਨੇ। ਅਤੇ ਸਮਰ ਸੀਜ਼ਨ ਦੇ ਵਿੱਚ ਉਹ ਫਸਲਾਂ ਆਉਂਦੀਆਂ ਹਨ ਜੋ ਕਿ ਮਾਰਚ ਦੇ ਮਹੀਨੇ 'ਚ ਆਪਦਾ ਫਲ ਦੇਣ ਲੱਗ ਜਾਂਦੇ, ਜਿਵੇਂ ਕਿ ਕੱਦੂ ਦੀ ਜਾਤੀ ਦੀਆਂ ਮੁੱਖ ਤੌਰ 'ਤੇ ਫਸਲਾਂ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਸਮਰ ਸੀਜ਼ਨ ਦੇ ਵਿੱਚ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਪਲਾਂਟ ਪਾਰਟ ਯੂਜ਼ ਐਜ਼ ਵੈਜੀਟੇਬਲ। ਹੁਣ ਸਬਜ਼ੀ ਦਾ ਕਿਹੜੇ ਹਿੱਸੇ ਨੂੰ ਆਪਾਂ ਵੈਜੀਟੇਬਲ ਦੇ ਤੌਰ 'ਤੇ ਯੂਜ਼ ਕਰ ਰਹੇ ਉਸ ਹਿਸਾਬ ਨਾਲ। ਸਟੈਮ ਐਂਡ ਲੀਵਸ, ਜਾਂ ਤਾਂ ਟਾਹਣੀ ਜਾਂ ਪੱਤੇ ਨੂੰ ਯੂਜ਼ ਕਰ, ਜਿਵੇਂ ਕਿ ਪਾਲਕ ਦੇ ਵਿੱਚ। ਹੁਣ ਫੁੱਲ ਕਿਹੜੀ ਸਬਜ਼ੀ ਦੇ ਵਿੱਚ ਖਾਂਦੇ ਹਾਂ? ਫੁੱਲ ਕਈ ਦੇਸ਼ਾਂ ਦੇ ਵਿੱਚ ਜਿਹੜੇ ਆ ਗਏ, ਜਿਵੇਂ ਕਿ ਆਪਾਂ ਬਰੋਕਲੀ ਨੂੰ ਵੀ ਇੱਕ ਤਰ੍ਹਾਂ ਦਾ ਫੁੱਲ ਹੀ ਹੁੰਦਾ ਹੈ ਜੋ ਕਿ ਆਪਾਂ ਫੁੱਲ ਕੰਜ਼ਿਊਮ ਕਰਦੇ ਹਾਂ। ਅਤੇ ਕਈ ਦੇਸ਼ਾਂ ਦੇ ਵਿੱਚ ਕੁਕਰਬਿਟਸ ਦੇ ਜਿਹੜੇ ਫਲਾਰ ਹੁੰਦੇ ਨੇ, ਮਤਲਬ ਕੱਦੂ ਜਾਤੀ ਦੀਆਂ ਬੇਲਾਂ ਦੇ ਫੁੱਲ ਹੁੰਦੇ, ਉਹਨਾਂ ਨੂੰ ਵੀ ਸਬਜ਼ੀ ਦੇ ਤੌਰ 'ਤੇ ਯੂਜ਼ ਕੀਤਾ ਜਾਂਦਾ ਹੈ। ਫਰੂਟਸ, ਟਮਾਟਰ ਹੋ ਗਿਆ, ਜਿਵੇਂ ਕਿ ਭਿੰਡੀ ਹੋ ਗਈ, ਇਹ ਫਰੂਟਸ। ਸੀਡ ਕਿਹੜੀ ਫਸਲ ਦੇ ਖਾਂਦੇ ਆਪਾਂ? ਮਟਰ ਦੇ। ਵੈਜੀਟੇਟਿਵ ਜਿਹੜੇ ਅੰਡਰਗਰਾਊਂਡ ਪਾਰਟਸ ਹੁੰਦੇ ਆ ਪਲਾਂਟ ਦੇ, ਜਿਵੇਂ ਕਿ ਸ਼ਕਰਕੰਦੀਆਂ ਹੋ ਗਈਆਂ, ਆਲੂ ਹੋ ਗਏ, ਇਹਨਾਂ ਦੇ ਆਪਾਂ ਅੰਡਰਗਰਾਊਂਡ ਪਾਰਟਸ ਖਾਂਦੇ ਹਾਂ। ਉਸ ਤੋਂ ਬਾਅਦ ਆਉਂਦਾ ਹੈ ਕਲਚਰਲ ਓਪਰੇਸ਼ਨਸ। ਹਾਰਟੀਕਲਚਰ ਕ੍ਰੌਪਸ ਦੇ ਵਿੱਚ ਕਲਚਰਲ ਓਪਰੇਸ਼ਨਸ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਹੈ, ਜਿਵੇਂ ਕਿ ਆਪਣੇ ਕਣਕ ਉਗਾਉਣ ਤੋਂ ਬਾਅਦ ਜਾਂ ਝੋਨਾ ਉਗਾਉਣ ਤੋਂ ਬਾਅਦ ਆਪਾਂ ਪੈਸਟ ਜਾਂ ਡਿਜ਼ੀਜ਼ ਦੀ ਮੈਨੇਜਮੈਂਟ ਕਰਨੀ ਆ, ਪਰ ਹਾਰਟੀਕਲਚਰ ਕ੍ਰੌਪਸ ਦੇ ਵਿੱਚ ਆਪਾਂ ਨੂੰ ਉਹਨਾਂ ਦੀ ਗਰੋਥ ਨੂੰ ਕੰਟਰੋਲ ਕਰਨਾ ਪੈਂਦਾ ਹੈ, ਨਹੀਂ ਅਦਰਵਾਈਜ਼ ਉਹਨਾਂ ਦੇ ਵਿੱਚ ਫਰੂਟਿੰਗ ਨਹੀਂ ਹੋਏਗੀ। ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਟ੍ਰੇਨਿੰਗ ਪਹਿਲਾ ਹਾਰਟੀਕਲਚਰ ਓਪਰੇਸ਼ਨ ਜਿਹੜਾ ਸਭ ਤੋਂ ਮੁੱਖ ਮੰਨਿਆ ਜਾਂਦਾ ਹੈ ਫਲਾਂ ਦੇ ਵਿੱਚ। ਟ੍ਰੇਨਿੰਗ ਦਾ ਮਤਲਬ ਹੁੰਦਾ ਹੈ ਪਲਾਂਟ ਨੂੰ ਆਪਣੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਦੀ ਸ਼ੇਪ ਦੇਣੀ। ਇਹ ਕਿਉਂ ਜ਼ਰੂਰੀ ਹੈ? ਜੇਕਰ ਆਪਾਂ ਫਲ ਦੇ ਬੂਟੇ ਨੂੰ ਆਪਦੇ ਹਿਸਾਬ ਦੇ ਨਾਲ ਸ਼ੇਪ ਨਹੀਂ ਦੇਵਾਂਗੇ ਤਾਂ ਉਹਦੇ ਤੋਂ ਫਲ ਦੀ ਤੜਾਈ ਕਰਨੀ ਬਹੁਤ ਜ਼ਿਆਦਾ ਔਖੀ ਹੋ ਜਾਵੇਗੀ, ਅਤੇ ਉਹਦੇ ਵਿੱਚ ਜਿਹੜੇ ਬਾਕੀ ਜਿਵੇਂ ਕਿ ਛਟਾਈ ਕਰਨੀ ਹੁੰਦੀ ਹੈ, ਫਲ ਦੀ ਪ੍ਰੋਪਰ ਗਰੋਥ ਅਤੇ ਸਨਲਾਈਟ ਦੀ ਪੈਨੀਟ੍ਰੇਸ਼ਨ ਦੇ ਵਿੱਚ ਓਨੀ ਜ਼ਿਆਦਾ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਏਗੀ। ਬੇਸਿਕ ਓਬਜੈਕਟਿਵ ਕੀ ਹੁੰਦੇ ਹਨ ਟ੍ਰੇਨਿੰਗ ਦੇ? ਜਿਵੇਂ ਕਿ ਦੱਸਿਆ ਹੀ ਹੈ ਮੈਂ, ਲਾਈਟ ਚੰਗੀ ਤਰ੍ਹਾਂ ਆਉਣੀ ਚਾਹੀਦੀ ਆ, ਹਵਾ ਚੰਗੀ ਤਰ੍ਹਾਂ ਕ੍ਰੋਸ ਹੋਵੇ ਤਾਂ ਕਿ ਜਿਹੜੇ ਸਰਫੇਸ ਆ ਪੂਰੇ ਦੇ ਪੂਰੇ ਪਲਾਂਟ ਦੇ ਵਿੱਚ ਜਿਹੜੇ ਇਨਰ ਕੋਰ ਆ ਉਹਦੇ ਵਿੱਚ ਵੀ ਲਾਈਟ ਜਾ ਸਕੇ। ਟੂ ਡਾਇਰੈਕਟ ਦਾ ਗਰੋਥ ਆਫ ਦਾ ਟਰੀ, ਵੇਰੀਅਸ ਕਲਚਰਲ ਓਪਰੇਸ਼ਨਸ। ਕਈ ਕਲਚਰਲ ਓਪਰੇਸ਼ਨ ਜਿਵੇਂ ਕਿ ਸਪਰੇਅ ਕਰਨੀ ਸੌਖੀ ਹੋ ਸਕੇ, ਆਪਾਂ ਨੂੰ ਵਾਹੀ ਕਰਨੀ ਸੌਖੀ ਹੋ ਸਕੇ, ਅਤੇ ਸਸਤੇ ਤਰੀਕੇ ਦੇ ਨਾਲ ਇਹ ਚੀਜ਼ਾਂ ਆਪਾਂ ਕਰ ਸਕੀਏ। ਅਤੇ ਸਨਬਰਨ ਤੋਂ ਪ੍ਰੋਟੈਕਟ ਕਰਨਾ, ਵਿੰਡ ਡੈਮੇਜ ਤੋਂ ਪ੍ਰੋਟੈਕਟ ਕਰਨਾ। ਸਨਬਰਨ ਦਾ ਮਤਲਬ ਹੁੰਦਾ ਹੈ ਜੇ ਕਿ ਫਲਾਂ ਦੇ ਵਿੱਚ ਖਾਸ ਤੌਰ 'ਤੇ ਸਨਬਰਨ ਦੀ ਪ੍ਰੋਬਲਮ ਹੈ, ਜਿਵੇਂ ਕਿ ਹੁਣ ਕਿੰਨੂ ਨੇ, ਕਿੰਨੂਆਂ ਦੇ ਵਿੱਚ ਜੋ ਕਿੰਨੂ ਬਾਹਰਲੀ ਉਹਦੇ ਵਿੱਚ ਹੋਣਗੇ, ਬਾਹਰਲੀ ਪੈਰੀਫੇਰੀ ਦੇ ਵਿੱਚ ਹੋਣਗੇ, ਉਹਨਾਂ ਦੇ ਵਿੱਚ ਤੁਹਾਨੂੰ ਸਨਬਰਨ ਦੇ ਸਿੰਪਟਮ ਦਿਖਣਗੇ।
ਮਤਲਬ ਸਕਿਨ ਜਿਹੜੀ ਆ ਉਹ ਜਲ ਜਾਂਦੀ ਆ। ਉਹਦੇ ਨਾਲ ਫਲ ਦੀ ਜੋ ਮਾਰਕੀਟ ਦੀ ਵੈਲਿਊ ਆ ਉਹ ਘੱਟ ਜਾਂਦੀ ਹੈ ਅਤੇ ਜੋ ਕਿਸਾਨ ਹੁੰਦੇ ਆ ਉਹਨਾਂ ਨੂੰ ਉਹਦਾ ਰੇਟ ਘੱਟ ਮਿਲਦਾ ਹੈ। ਟੂ ਸਿਕਿਓਰ ਦਾ ਬੈਲੈਂਸ ਡਿਸਟਰੀਬਿਊਸ਼ਨ, ਹੁਣ ਜੇ ਬੈਲੈਂਸ ਡਿਸਟਰੀਬਿਊਸ਼ਨ ਨਹੀਂ ਹੋਏਗੀ ਫਲਾਂ ਦੀ ਤਾਂ ਇੱਕ ਸਾਈਡ ਪਲਾਂਟ 'ਤੇ ਫਲ ਜ਼ਿਆਦਾ ਲੱਗੂਗਾ ਅਤੇ ਉਸ ਸਾਈਡ ਜ਼ਿਆਦਾ ਭਾਰ ਹੋਣ ਦੇ ਕਾਰਨ ਉਹਦੇ ਟੁੱਟਣ ਦਾ ਖਤਰਾ ਜ਼ਿਆਦਾ ਬਣ ਜਾਂਦਾ ਹੈ ਅਤੇ ਜਿਹਦੇ ਨਾਲ ਪੂਰੇ ਦੇ ਪੂਰੇ ਪਲਾਂਟ ਨੂੰ ਡੈਮੇਜ ਹੋ ਸਕਦੀ ਹੈ। ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਟ੍ਰੇਨਿੰਗ ਨੂੰ ਖਾਸ ਤੌਰ 'ਤੇ 3 ਤਰੀਕਿਆਂ ਨਾਲ ਵੰਡਿਆ ਗਿਆ। ਟ੍ਰੇਨਿੰਗ ਦੇ ਹੋਰ ਵੀ ਕਈ ਮੈਥਡ ਨੇ ਜੋ ਕਿ ਹਾਈਅਰ ਐਜੂਕੇਸ਼ਨ ਵੇਲੇ ਕੰਮ ਆਉਂਦੇ ਹਨ, ਬਟ ਬੇਸਿਕਲੀ ਇਹਨੂੰ 3 ਤਰੀਕਿਆਂ ਦੇ ਨਾਲ ਵੰਡਿਆ ਗਿਆ, ਜਿਵੇਂ ਕਿ ਸੈਂਟਰ ਲੀਡਰ ਸਿਸਟਮ, ਓਪਨ ਲੀਡਰ ਸਿਸਟਮ, ਮੋਡੀਫਾਈਡ ਲੀਡਰ ਸਿਸਟਮ। ਸੈਂਟਰ ਲੀਡਰ ਸਿਸਟਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸੈਂਟਰਲ ਟਾਹਣੀ ਹੁੰਦੀ ਹੈ ਉਹਦੀ ਗਰੋਥ ਨੂੰ ਕੰਟੀਨਿਊ ਰੱਖਿਆ ਜਾਂਦਾ ਅਤੇ ਇੱਕ ਪੈਰਾਮਿਡ ਦੀ ਸ਼ੇਪ ਬਣਦੀ ਹੈ। ਇਹ ਖਾਸ ਤੌਰ 'ਤੇ ਬਰਫੀਲੇ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ, ਕਿਉਂਕਿ ਅਗਰ ਜੇ ਇਹਦੇ ਉੱਤੇ ਬਰਫ਼ ਦੀ ਐਕਿਊਮੂਲੇਸ਼ਨ ਹੁੰਦੀ ਹੈ ਬੂਟੇ 'ਤੇ ਤਾਂ ਸਾਈਡਾਂ ਤੋਂ ਸਲੈਂਟਿੰਗ ਹੋਣ ਕਾਰਨ ਨੀਚੇ ਡਿੱਗ ਜਾਏਗੀ, ਨਹੀਂ ਤਾਂ ਪਲਾਂਟ ਨੂੰ ਉਹ ਭਾਰ ਜ਼ਿਆਦਾ ਹੋਣ ਕਰਕੇ ਡੈਮੇਜ ਕਰ ਸਕਦਾ। ਇਹ ਖਾਸ ਤੌਰ 'ਤੇ ਨਾਸ਼ਪਾਤੀਆਂ ਦੇ ਵਿੱਚ ਫੋਲੋ ਕੀਤੇ ਜਾਣ ਵਾਲਾ ਮੈਥਡ ਹੈ। ਇਹਨੂੰ ਪੈਰਾਮਿਡ ਸਿਸਟਮ ਆਫ ਟ੍ਰੇਨਿੰਗ ਵੀ ਕਿਹਾ ਜਾਂਦਾ। ਇਹਦੇ 'ਤੇ ਫਲ ਜਿਹੜਾ ਹੈਗਾ ਉਹ ਨਿਚੜਲੀਆਂ ਜਿਹੜੀਆਂ ਟਾਹਣੀਆਂ ਹੁੰਦੀਆਂ, ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ, ਵੱਡੀਆਂ ਹੁੰਦੀਆਂ ਹਨ, ਉੱਪਰਲੀਆਂ ਟਾਹਣੀਆਂ ਛੋਟੀਆਂ ਹੁੰਦੀਆਂ ਜਾਂਦੀਆਂ ਹਨ ਅਤੇ ਇਹਦੇ ਵਿੱਚ ਬ੍ਰਾਂਚਿਸ ਜਿਹੜੀਆਂ ਹੁੰਦੀਆਂ ਨੇ ਉਹਨਾਂ 'ਤੇ ਫਲ ਘੱਟ ਲੱਗਦਾ ਹੈ। ਅਤੇ ਜਿਵੇਂ ਕਿ ਪੇਅਰ ਦੇ ਵਿੱਚ ਆਪਾਂ ਨੂੰ ਫਲ ਦਾ ਸਾਈਜ਼ ਵੱਡਾ ਚਾਹੀਦਾ, ਇਸ ਲਈ ਜੋ ਫਲ ਨੇੜੇ ਹੋਊ ਮੁੱਖ ਟਾਹਣੀ ਦੇ ਮੇਨ ਸਟੈਮ ਦੇ ਨੇੜੇ ਹੋਊ ਉਹਦਾ ਸਾਈਜ਼ ਵੱਡਾ ਹੋਊ, ਇਸ ਲਈ ਇਹਨੂੰ ਪੇਅਰ ਦੇ ਵਿੱਚ ਫੋਲੋ ਕੀਤਾ ਜਾਂਦਾ। ਉਸ ਤੋਂ ਬਾਅਦ ਆਉਂਦਾ ਹੈ ਓਪਨ ਸੈਂਟਰ ਸਿਸਟਮ। ਓਪਨ ਸੈਂਟਰ ਸਿਸਟਮ ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ, ਸੈਂਟਰ ਤੋਂ ਓਪਨ ਹੋਵੇ, ਇੱਕ ਬਾਊਲ ਦੀ ਤਰ੍ਹਾਂ ਬਣ ਜਾਂਦਾ ਹੈ। ਜਿਵੇਂ ਦੇਖਿਆ ਜਾ ਸਕਦਾ ਹੈਗਾ ਕਿ ਟਾਹਣੀਆਂ ਚਾਰ ਸਫੇਰੇ ਜਿਹੜੀਆਂ ਟਾਹਣੀਆਂ ਨੇ ਉਹਨਾਂ ਨੂੰ ਖੁੱਲ੍ਹਾ ਰੱਖਿਆ ਜਾਂਦਾ ਹੈ ਅਤੇ ਸੈਂਟਰ ਜਿਹੜਾ ਹੈਗਾ ਉਹ ਓਪਨ ਰੱਖਿਆ ਜਾਂਦਾ ਹੈ ਤਾਂ ਕਿ ਲਾਈਟ ਦੀ ਪੈਨੀਟ੍ਰੇਸ਼ਨ ਪੂਰੀ ਹੋ ਸਕੇ। ਇਹ ਮੈਥਡ ਸਭ ਤੋਂ ਜ਼ਿਆਦਾ ਅਮਰੂਦਾਂ ਦੇ ਵਿੱਚ ਦੇਖਿਆ ਜਾਣ ਵਾਲਾ ਮੈਥਡ ਹੈ। ਇਹਦੇ ਵਿੱਚ ਸਨਲਾਈਟ ਦੀ ਪੈਨੀਟ੍ਰੇਸ਼ਨ ਪੂਰੀ ਹੁੰਦੀ ਹੈ, ਯੂਨੀਫਾਰਮਲੀ ਐਕਸਪੋਜ਼ ਹੁੰਦਾ ਗਾ ਅਤੇ ਪੰਜਾਬ ਦੇ ਵਿੱਚ ਕਈ ਫਸਲਾਂ ਦੇ ਵਿੱਚ ਇਹ ਫਲਾਂ ਵਾਲੀਆਂ ਫਸਲਾਂ ਦੇ ਵਿੱਚ ਕੀਤਾ ਜਾਂਦਾ ਹੈ ਮੈਥਡ। ਇਹਦੇ ਨਾਲ ਕੀ ਹੈ ਕਿ ਵੀ ਆਪਾਂ ਸਪਰੇਅ ਸੌਖੀ ਹੋ ਜਾਂਦੀ ਹੈ, ਟਾਹਣੀਆਂ ਕੱਟਣੀਆਂ ਸੌਖੀਆਂ ਨੇ, ਧੁੱਪ ਪੂਰੀ ਤਰ੍ਹਾਂ ਤੱਕ ਅੰਦਰ ਤੱਕ ਜਾਂਦੀ ਹੈ। ਉਸ ਤੋਂ ਬਾਅਦ ਅਗਲਾ ਸਿਸਟਮ ਹੈ ਮੋਡੀਫਾਈਡ ਲੈਡਰ ਸਿਸਟਮ। ਮੋਡੀਫਾਈਡ ਲੈਡਰ ਸਿਸਟਮ ਜਿਹੜਾ ਹੈ, ਇਹ ਜਿਹੜੇ 2 ਮੈਥਡ ਆਪਾਂ ਪਹਿਲਾਂ ਪੜ੍ਹੇ ਆ ਉਹਨਾਂ ਦੋਨਾਂ ਦਾ ਇੱਕ ਕੋਂਬੀਨੇਸ਼ਨ ਹੈ। ਜਿਹੜੇ ਦੋਨਾਂ ਦੇ ਬੈਨੀਫਿਟ ਨੇ ਉਹ ਇਹ ਮੈਥਡ ਦੇ ਵਿੱਚ ਆਉਂਦੇ ਹਨ। ਇਹ ਅੱਜ ਦੇ ਜ਼ਮਾਨੇ ਦੇ ਵਿੱਚ ਸਭ ਤੋਂ ਜ਼ਿਆਦਾ ਇਹ ਮੈਥਡ ਫੋਲੋ ਕੀਤਾ ਜਾਂਦਾ ਹੈ ਫਲਾਂ ਦੇ ਬਾਗਾਂ ਦੇ ਵਿੱਚ। ਜਿਵੇਂ ਕਿ ਇਹਦੇ ਵਿੱਚ ਕੀ ਹੁੰਦਾ, 3 ਸਾਲਾਂ ਤੱਕ ਜਿਹੜੀ ਸੈਂਟਰਲ ਲੀਡਰ ਹੁੰਦੀ ਹੈ ਉਹਦੀ ਗਰੋਥ ਨੂੰ ਕੰਟਰੋਲ ਕੀਤਾ ਜਾਂਦਾ। ਉਸ ਤੋਂ ਬਾਅਦ ਆਲੇ ਦੁਆਲੇ 4 ਡਾਇਰੈਕਸ਼ਨਸ ਦੇ ਵਿੱਚ ਇੱਕ ਟਾਹਣੀ ਨੂੰ ਗਰੋਥ ਕੀਤੀ ਜਾਂਦੀ ਆ, ਜਿਹਦੇ ਨਾਲ ਕਿ ਪਲਾਂਟ ਜਿਹੜਾ ਪੂਰੀ ਤਰ੍ਹਾਂ ਫੈਲ ਜਾਂਦਾ। ਇਹ ਜਿਹੜਾ ਮੈਥਡ ਆ ਇਹ ਕਮਰਸ਼ੀਅਲ ਕਰੋਪਸ ਦੇ ਵਿੱਚ ਫੇਮਸ ਆ, ਜਿਵੇਂ ਕਿ ਸੇਬ, ਉਹਨਾਂ ਦੇ ਵਿੱਚ ਇਹ ਮੈਥਡ ਨੂੰ ਅਪਣਾਇਆ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਪ੍ਰੂਨਿੰਗ। ਪ੍ਰੂਨਿੰਗ ਦਾ ਮਤਲਬ ਹੁੰਦਾ ਹੈ ਪਾਰਟਸ ਦਾ ਰਿਮੂਵਲ ਕਰਨਾ। ਜਿਵੇਂ ਟ੍ਰੇਨਿੰਗ ਦੇ ਵਿੱਚ ਆਪਾਂ ਪਲਾਂਟ ਨੂੰ ਸ਼ੇਪ ਦਿੰਦੇ ਹਾਂ, ਬਟ ਪ੍ਰੂਨਿੰਗ ਦੇ ਵਿੱਚ ਆਪਾਂ ਉਹ ਹਿੱਸਿਆਂ ਨੂੰ ਕੱਟਦੇ ਹਾਂ ਜਿਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ ਜਾਂ ਜਿਨ੍ਹਾਂ 'ਤੇ ਬਿਮਾਰੀ ਜਾਂ ਕੀੜੇ ਦਾ ਇਨਫੈਕਸ਼ਨ ਹੁੰਦਾ ਹੈ। ਜਿਵੇਂ ਬੇਸਿਕ ਓਬਜੈਕਟਿਵ ਕੀ ਹੁੰਦੇ ਨੇ, ਡੈਡ ਜਾਂ ਡਿਜ਼ੀਜ਼ਡ ਪਲਾਂਟ ਦੇ ਜਿਹੜੇ ਪਾਰਟ ਨੇ ਉਹਨਾਂ ਨੂੰ ਰਿਮੂਵ ਕਰਨਾ। ਇਹਦੇ ਨਾਲ ਪ੍ਰੂਨਿੰਗ ਦੇ ਨਾਲ ਗਰੋਥ ਨੂੰ ਕੰਟਰੋਲ ਕੀਤਾ ਜਾਂਦਾ ਹੈ, ਫਲਾਵਰਿੰਗ ਫਰੂਟਫੁਲਨੈਸ ਵੱਧਦੀ ਹੈ। ਇਹਦੇ ਨਾਲ ਕੁਆਲਿਟੀ ਇੰਪਰੂਵ ਹੁੰਦੀ ਹੈ। ਕੁਆਲਿਟੀ ਇੰਪਰੂਵ ਕਰਨ ਦਾ ਮਤਲਬ ਕੀ ਹੈ, ਫਲਾਂ ਦੇ ਵਿੱਚ ਖਾਸ ਤੌਰ 'ਤੇ ਜਿਵੇਂ ਕਿ ਆੜੂ ਦੇ ਵਿੱਚ ਦੇਖਿਆ ਜਾਂਦਾ ਹੈ, ਜੇ ਆੜੂ ਦਾ ਸਾਈਜ਼ ਫਲ ਦਾ ਸਾਈਜ਼ ਛੋਟਾ ਹੋ ਤਾਂ ਉਹਦੀ ਮਾਰਕੀਟ ਵੈਲਿਊ ਬਹੁਤ ਜ਼ਿਆਦਾ ਘੱਟ ਜਾਂਦੀ ਹੈ, ਈਵਨ ਕਿ ਫਲ ਖਰੀਦਿਆ ਹੀ ਨਹੀਂ ਜਾਂਦਾ। ਇਸ ਲਈ ਜੇ ਪ੍ਰੋਪਰ ਪ੍ਰੂਨਿੰਗ ਨਹੀਂ ਹੋਊਗੀ ਤਾਂ ਫਲ ਦਾ ਸਾਈਜ਼ ਪੂਰਾ ਨਹੀਂ ਬਣਨਾ। ਪ੍ਰੂਨਿੰਗ ਦੇ ਨਾਲ ਕੀ ਹੁੰਦਾ ਹੈ, ਜੋ ਐਨਰਜੀ ਜਾਂ ਜੋ ਕਾਰਬੋਹਾਈਡਰੇਟਸ ਪਲਾਂਟ ਦੇ ਬਾਕੀ ਪੱਤਿਆਂ ਨੂੰ ਜਾ ਰਹੇ ਆ
ਉਹਨਾਂ ਨੂੰ ਆਪਾਂ ਐਕਸਟਰਾ ਪੱਤਿਆਂ ਨੂੰ, ਟਾਹਣੀਆਂ ਨੂੰ ਜਾ ਰਹੇ ਆ, ਉਹਨਾਂ ਨੂੰ ਉੱਥੋਂ ਜਾਣ ਤੋਂ ਰੋਕਦੇ ਹਾਂ ਅਤੇ ਉਹਨਾਂ ਨੂੰ ਡਾਇਵਰਟ ਕਰਦੇ ਹਾਂ ਟੂਵਰਡ ਦਾ ਫਰੂਟ, ਤਾਂ ਕਿ ਫਰੂਟ ਦਾ ਸਾਈਜ਼, ਕੁਆਲਿਟੀ ਇੰਪਰੂਵ ਹੋ ਸਕੇ, ਇਨਹਾਂਸ ਹੋ ਸਕੇ। ਇਹਦੇ ਨਾਲ ਕੀ ਵੈਜੀਟੇਟਿਵ ਅਤੇ ਰੀਪਰੋਡਕਟਿਵ ਗਰੋਥ ਨੂੰ ਮੇਨਟੇਨ ਕੀਤਾ ਜਾਂਦਾ। ਇਸ ਸਾਰਾ ਮੈਨੂਅਲੀ ਕੀਤਾ ਜਾਂਦਾ ਗਾ, ਮਸ਼ੀਨਾਂ ਨਾਲ ਵੀ ਕਰਦਾ ਕਈ ਦੇਸ਼ਾਂ ਦੇ ਵਿੱਚ। ਅਤੇ ਇਹਦੇ ਨਾਲ ਕੀ ਹੁੰਦਾ ਗਾ ਵੀ ਰੀਪਰੋਡਕਟਿਵ ਗਰੋਥ ਜਿਹੜੀ ਆ ਆਪਾਂ ਆਪਣੇ ਅਕੋਰਡਿੰਗ ਉਹਨੂੰ ਕੰਟਰੋਲ ਕਰ ਸਕਦੇ ਹਾਂ। ਹੁਣ ਅੱਗੇ ਪ੍ਰੂਨਿੰਗ ਦੇ ਕਿੰਨੇ ਤਰੀਕੇ ਹੁੰਦੇ ਹਨ। ਟਾਈਪਸ ਆਫ ਪ੍ਰੂਨਿੰਗ ਦੇ ਵਿੱਚ ਦੇਖੋ ਕਿ ਜਿਵੇਂ 3 ਤਰੀਕੇ ਦੱਸੇ ਗਏ ਹਨ। ਪਹਿਲਾ ਹੁੰਦਾ ਹੈ ਥਿਨਿੰਗ ਆਊਟ। ਥਿਨਿੰਗ ਆਊਟ ਦਾ ਮਤਲਬ ਹੁੰਦਾ ਵੀ ਪੂਰੀ ਦੀ ਪੂਰੀ ਟਾਹਣੀ ਨੂੰ ਰਿਮੂਵ ਕਰ ਦੇਣਾ। ਆਲੇ ਦੁਆਲੇ ਦੀਆਂ ਛੋਟੀਆਂ ਟਾਹਣੀਆਂ ਨੂੰ ਰਿਮੂਵ ਕੀਤਾ ਜਾਂਦਾ। ਐਵੇਂ ਨਹੀਂ ਹੁੰਦਾ ਕਿ ਪੂਰੀ ਦੀ ਸਟੈਮ ਨੂੰ ਜਾਂ ਬ੍ਰਾਂਚ ਨੂੰ ਰਿਮੂਵ ਕਰ ਦਿੰਦੇ ਆ। ਛੋਟੇ ਛੋਟੇ ਹਿੱਸਿਆਂ ਨੂੰ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੀਸਰੀ ਇਮੇਜ ਦੇ ਵਿੱਚ ਵੀ ਮੇਨ ਸਟੈਮ ਦੇ ਨਾਲ ਜੋ ਜਾ ਰਹੀ ਹੈ ਸਟੈਮ, ਉਹਨੂੰ ਕੱਟ ਦਿੱਤਾ ਤਾਂ ਕਿ ਜੋ ਮੇਨ ਸਟੈਮ 'ਤੇ ਫਲ ਆਊਗਾ ਉਹਦਾ ਸਾਈਜ਼ ਵੱਡਾ ਰਹੇ ਅਤੇ ਮੇਨ ਸਟੈਮ 'ਤੇ ਜ਼ਿਆਦਾ ਭਾਰ ਨਾ ਆਵੇ, ਕਿਉਂਕਿ ਵੈਜੀਟੇਟਿਵ ਗਰੋਥ ਦੇ ਨਾਲ ਭਾਰ ਵੱਧ ਸਕਦਾ। ਅਤੇ ਜਿਹੜਾ ਬੈਲੈਂਸ ਆ ਅਤੇ ਭਾਰ ਆ ਉਹਦੀ ਮੇਨਟੇਨੈਂਸ ਦੇ ਲਈ ਇਹ ਇੰਪੋਰਟੈਂਟ ਆ। ਉਸ ਤੋਂ ਬਾਅਦ ਹੈਡਿੰਗ ਬੈਕ। ਹੈਡਿੰਗ ਬੈਕ ਦਾ ਮਤਲਬ ਹੁੰਦਾ ਗਾ ਵੀ ਉਹਨੂੰ ਅੱਗਿਓਂ ਪਿੱਛੇ ਤੱਕ ਕੱਟ ਦੇਣਾ, ਵੀ ਹੈੱਡ ਨੂੰ ਕੱਟਣਾ। ਇਹਦੇ ਵਿੱਚ ਆਪਾਂ ਥਿਨਿੰਗ ਆਊਟ ਦੇ ਵਿੱਚ ਸਾਈਡ ਦੀ ਬ੍ਰਾਂਚ ਨੂੰ ਕੱਟਦੇ ਹਾਂ, ਸਾਈਡ ਦੀਆਂ ਸਟੈਮਸ ਨੂੰ, ਛੋਟੀਆਂ ਨੂੰ ਕੱਟਦੇ ਆਂਗੇ ਮੇਨ ਬ੍ਰਾਂਚ ਨਾਲੋਂ। ਹੈਡਿੰਗ ਬੈਕ ਦਾ ਹੁੰਦਾ ਟੌਪ ਤੋਂ ਕੱਟ ਦੇਣਾ, ਉਹਨੂੰ ਪਿੱਛੇ ਨੂੰ ਲੈ ਕੇ ਆਉਣਾ, ਟਰਮੀਨਲ ਪੋਰਸ਼ਨ 'ਤੇ ਕੱਟ ਲਾਇਆ ਜਾਂਦਾ ਹੈਡਿੰਗ ਬੈਕ, ਜਿਵੇਂ ਕਿ ਨਾਮ ਤੋਂ ਹੀ ਪਤਾ ਲੱਗਦਾ ਹੈ। ਉਸ ਤੋਂ ਬਾਅਦ ਟੋਪਿੰਗ ਐਂਡ ਪਿੰਚਿੰਗ। ਪਿੰਚਿੰਗ ਜਿਹੜੀ ਆ ਇਹ ਫੁੱਲਾਂ ਦੇ ਵਿੱਚ ਵੀ ਕੀਤੀ ਜਾਂਦੀ ਹੈ, ਸਬਜ਼ੀਆਂ ਦੇ ਵਿੱਚ ਵੀ ਕੀਤੀ ਜਾਂਦੀ ਹੈ ਅਤੇ ਫਲਾਂ ਦੇ ਵਿੱਚ ਵੀ ਕੀਤੀ ਜਾਂਦੀ ਆ। ਫੁੱਲਾਂ ਦੇ ਵਿੱਚ ਗੁਲਦਾਉਦੀ ਦੇ ਫੁੱਲਾਂ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪਿੰਚਿੰਗ, ਜਿਹਦੇ ਨਾਲ ਕਿ ਹੋਰ ਟਾਹਣੀਆਂ ਨਿਕਲਦੀਆਂ ਨੇ, ਹੋਰ ਫੁੱਲ ਨਿਕਲਦੇ ਹਨ। ਉਹਦੇ ਨਾਲ ਕੀ ਹੁੰਦਾ ਹੈ, ਵੈਜੀਟੇਟਿਵ ਗਰੋਥ ਇੱਕ ਸਟੇਜ 'ਤੇ ਜਾ ਕੇ ਰੁਕ ਜਾਂਦੀ ਹੈ ਅਤੇ ਰੀਪਰੋਡਕਟਿਵ ਗਰੋਥ ਜਿਹੜੀ ਆ ਉਹ ਹੋਣੀ ਸਟਾਰਟ ਹੋ ਜਾਂਦੀ ਆ। ਇਹਨੂੰ ਕਿਹਾ ਜਾਂਦਾ ਪਿੰਚਿੰਗ। ਪਿੰਚ ਕਰਨਾ, ਥੋੜ੍ਹੀ ਜਿਹੀ ਟਾਹਣੀ ਨੂੰ ਰਿਮੂਵ ਕਰ ਦੇਣਾ ਤਾਂ ਕਿ ਟਰਮੀਨਲ ਜਿਹੜਾ ਪੋਰਸ਼ਨ ਉਹਦਾ ਐਂਡ ਹੋ ਜਾਏ ਅਤੇ ਉਹਦੀ ਐਨਰਜੀ ਜਿਹੜੀ ਆ ਉਹ ਬਾਕੀ ਆਲੇ ਦੁਆਲੇ ਦੀਆਂ ਟਾਹਣੀਆਂ ਦੇ ਵਿੱਚ ਡਾਇਵਰਟ ਹੋ ਜਾਏ। ਉਸ ਤੋਂ ਬਾਅਦ ਸਟਾਕਿੰਗ। ਸਟਾਕਿੰਗ ਦਾ ਮਤਲਬ ਕੀ ਹੁੰਦਾ, ਸਟਾਕਿੰਗ ਹੁੰਦੀ ਹੈ ਇੱਕ ਤਰ੍ਹਾਂ ਦੀ ਸਪੋਰਟ ਪ੍ਰੋਵਾਈਡ ਕਰਨੀ, ਜਿਵੇਂ ਕਿ ਤਸਵੀਰ ਦੇ ਵਿੱਚ ਦਿਖਾਇਆ ਗਿਆ ਹੈ ਕਿ ਡੰਡੇ ਵਗੈਰਾ ਲਗਾ ਕੇ ਬੇਲਾਂ ਨੂੰ ਤਾਹਾਂ ਚੜ੍ਹਾਇਆ ਗਿਆ। ਹੁਣ ਇਹਦੇ ਵਿੱਚ ਆਪਾਂ ਨੂੰ ਬੇਸਿਕਲੀ ਐਗਜ਼ਾਮਪਲ ਦਿਖਾਈ ਗਈ ਆ ਟਮਾਟਰ ਦੀ। ਟਮਾਟਰ ਦੇ ਵਿੱਚ ਕੀ ਹੁੰਦਾ ਹੈ, ਟਮਾਟਰ ਕਈ ਤਰ੍ਹਾਂ ਦੇ ਡਿਟਰਮੀਨੇਟ, ਇਨਡਿਟਰਮੀਨੇਟ, ਜਿਵੇਂ ਕਿ ਤੁਸੀਂ ਪੜ੍ਹੋਗੇ ਅੱਗੇ ਜਾ ਕੇ। ਇਨਡਿਟਰਮੀਨੇਟਡ ਟਮਾਟਰ ਜਿਹੜੇ ਹੁੰਦੇ ਨੇ ਉਹ ਇੱਕ ਵੇਲ ਦੀ ਤਰ੍ਹਾਂ ਹੁੰਦੇ ਆ, ਜਿਨ੍ਹਾਂ ਨੂੰ ਕਿ ਗਾਈਡ ਕਰਨਾ ਪੈਂਦਾ ਅਤੇ ਹਰ ਉਹਨਾਂ ਦੀ ਤੀਸਰੀ ਚੌਥੀ ਜਿੱਥੋਂ ਲੀਵਸ ਨਿਕਲਦੇ ਆ ਨੋਡ ਤੋਂ, ਉੱਥੇ ਫਰੂਟ ਲੱਗਦਾ। ਇਹਨਾਂ ਨੂੰ ਗਾਈਡ ਕਰਨ ਦੇ ਲਈ ਆਪਾਂ ਨੂੰ ਟਾਹਣੀਆਂ ਨੂੰ ਸਪੋਰਟ ਦੇਣੀ ਜ਼ਰੂਰੀ ਹੁੰਦੀ ਆ, ਜਿਵੇਂ ਕਿ ਆਪਾਂ ਬੇਲਾਂ ਨੂੰ ਵੀ ਦਿੰਦੇ ਹਾਂ ਸਪੋਰਟ। ਠੀਕ ਹੈ, ਇਹਦੀਆਂ ਐਡਵਾਂਟੇਜਸ ਕੀ ਆ। ਪਹਿਲੀ ਚੀਜ਼ ਦੱਸੀ ਹੈ ਜਿਵੇਂ ਕਿ ਸਪੋਰਟ ਪ੍ਰੋਵਾਈਡ ਕਰਨ, ਅਤੇ ਦੂਸਰਾ ਜੇਕਰ ਉਹ ਗਰਾਊਂਡ ਨੂੰ ਟੱਚ ਕਰਨਗੇ ਫਲ ਤਾਂ ਉਹਨਾਂ 'ਚ ਇਨਫੈਕਸ਼ਨ ਹੋਣ ਦੇ ਚਾਂਸ ਹੁੰਦੇ ਆ। ਠੀਕ ਹੈ, ਉਸ ਤੋਂ ਬਾਅਦ ਪੈਸਟ ਅਤੇ ਡਿਜ਼ੀਜ਼ ਆਉਣ ਦੇ ਚਾਂਸ ਘੱਟ ਹੋ ਜਾਂਦੇ ਆ। ਫੈਸਿਲੀਟੇਟ ਕਰਦੇ ਹਾਂ ਆਪਾਂ ਵੀ ਸਪਰੇਅ ਕਰਨੀ ਸੌਖੀ ਹੋ ਜਾਂਦੀ ਹੈ ਇਸ ਦੇ ਨਾਲ, ਅਤੇ ਆਪਾਂ ਨੂੰ ਫਲ ਤੜਾਈ ਦੇ ਵਿੱਚ ਵੀ ਸੌਖਾ ਹੋ ਜਾਂਦਾ ਹੈ। ਜਿੰਨੇ ਵੀ ਪੋਲੀ ਹਾਊਸ ਆਪਾਂ ਆਪਣੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਦੇਖਦੇ ਹਾਂ, ਜੇਕਰ ਤੁਸੀਂ ਉਹਨਾਂ ਦੇ ਅੰਦਰ ਜਾ ਕੇ ਦੇਖੋਗੇ ਤਾਂ ਜ਼ਿਆਦਾਤਰ ਜੋ ਉਹਨਾਂ ਦੇ ਵਿੱਚ ਫਸਲਾਂ ਉਗਾਈਆਂ ਜਾਂਦੀਆਂ ਹਨ, ਸਬਜ਼ੀਆਂ ਉਗਾਈਆਂ ਜਾਂਦੀਆਂ ਹਨ, ਉਹ ਇਨਡਿਟਰਮੀਨੇਟ ਹੀ ਹੁੰਦੀਆਂ ਹਨ, ਚਾਹੇ ਉਹ ਖੀਰਾ ਹੋਵੇ, ਟਮਾਟਰ ਹੋਵੇ, ਤਾਂ ਕਿ ਕਿਉਂਕਿ ਇਹ ਜ਼ਿਆਦਾ ਤੋਂ ਜ਼ਿਆਦਾ ਏਰੀਆ ਨੂੰ ਕਵਰ ਕਰਦੇ ਨੇ ਥੋੜ੍ਹੀ ਸਪੇਸ ਦੇ ਵਿੱਚ, ਜ਼ਿਆਦਾ ਤੋਂ ਜ਼ਿਆਦਾ ਫਰੂਟ ਹੁੰਦੇ, ਇਸੇ ਲਈ ਇਹਨਾਂ ਦੀ ਈਲਡ ਜ਼ਿਆਦਾ ਹੁੰਦੀ ਹੈ। ਇਹਨਾਂ ਨੂੰ ਸਪੋਰਟ ਦੀ ਰਿਕੁਆਇਰਮੈਂਟ ਹੁੰਦੀ ਆ। ਉਸ ਤੋਂ ਬਾਅਦ ਅਗਲਾ ਆਪਰੇਸ਼ਨ ਆਉਂਦਾ ਹੈ ਇੰਡਿਊਸਿੰਗ ਫਲਾਵਰਿੰਗ। ਫੁੱਲਾਂ ਨੂੰ ਇੰਡਿਊਸ ਕਰਾਉਣਾ, ਮਤਲਬ ਵੈਜੀਟੇਟਿਵ ਸਟੇਟ ਤੋਂ ਰੀਪਰੋਡਕਟਿਵ ਸਟੇਟ ਦੇ ਵਿੱਚ ਕਨਵਰਸ਼ਨ। ਪਹਿਲਾ ਆਪਰੇਸ਼ਨ ਇਹਦੇ ਵਿੱਚ ਵੈਂਡਿੰਗ ਜਿਹੜਾ ਇਹ ਇੱਕ ਮਾਡਰਨ ਹਾਰਟੀਕਲਚਰ ਦਾ ਇੱਕ ਨਵੀਂ ਟਰਮ ਆਈ ਹੈ। ਬੈਂਡਿੰਗ ਖਾਸ ਤੌਰ 'ਤੇ ਗਾਵਾਂ ਦੇ ਵਿੱਚ, ਪੇਅਰ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਬੈਂਡਿੰਗ ਦਾ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਹੈ, ਬੈਂਡ ਕੀਤੀਆਂ ਜਾਂਦੀਆਂ ਹਨ ਟਾਹਣੀਆਂ ਨੂੰ ਭਾਰ ਦੇ ਨਾਲ, ਸਿਰੇ ਤੋਂ ਨੀਚੇ ਜਿਵੇਂ ਇੱਟਾਂ ਦੇ ਭਾਰ ਦੇ ਨਾਲ ਰੱਸੀਆਂ ਨਾਲ ਬੰਨ੍ਹ ਕੇ ਉਹਨਾਂ ਨੂੰ ਬੈਂਡ ਕਰ ਦਿੱਤਾ ਜਾਂਦਾ ਹੈ, ਜਿਹਦੇ ਨਾਲ ਕਿ ਫਲਾਵਰਿੰਗ ਛੇਤੀ ਹੋਣ ਲੱਗ ਜਾਂਦੀ ਹੈ। ਬੈਂਡ ਹੋਣ ਦੇ ਨਾਲ ਫਲਾਵਰਿੰਗ ਇਸ ਲਈ ਛੇਤੀ ਹੁੰਦੀ ਹੈ ਕਿਉਂਕਿ ਕਾਰਬੋਹਾਈਡਰੇਟਸ ਜਮ੍ਹਾਂ ਹੋਣ ਲੱਗ ਜਾਂਦੇ ਨੇ ਅਤੇ ਅੱਗੇ ਵੈਜੀਟੇਟਿਵ ਗਰੋਥ ਰੁਕ ਜਾਂਦੀ ਹੈ, ਜਿਹਦੇ ਕਾਰਨ ਜਿਹੜੇ ਫਲਾਵਰਿੰਗ ਜਲਦੀ ਹੋ ਜਾਂਦੀ ਹੈ। ਉਸ ਤੋਂ ਬਾਅਦ ਹੁੰਦੀ ਹੈ ਨੋਚਿੰਗ ਜਿਹੜੀ ਹੈ
ਇਹ ਖਾਸ ਤੌਰ 'ਤੇ ਫਿੱਗ ਦੇ ਵਿੱਚ, ਅੰਜੀਰ ਦੇ ਵਿੱਚ ਕੀਤੀ ਜਾਂਦੀ ਹੈ। ਆਪਣੇ ਜਾਮਨ ਦੇ ਵਿੱਚ ਵੀ ਆਪਾਂ ਕਰ ਦਿੰਦੇ ਹਾਂ, ਜਿਹੜੀ ਕਿ ਕਹਿ ਦਿੰਦੇ ਹੁੰਦੇ ਆ ਕੱਟ ਲਗਾਉਣਾ, ਉਹ ਇੱਕ ਤਰ੍ਹਾਂ ਦੀ ਨੋਚਿੰਗ ਹੀ ਆ। ਨੋਚਿੰਗ ਦਾ ਮੇਨ ਪਰਪਸ ਇਹ ਹੁੰਦਾ ਗਾ, ਜਿਵੇਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਜਿਵੇਂ ਕਿ ਨੋਚਿੰਗ ਦੇ ਵਿੱਚ ਕੀ ਹੁੰਦਾ, ਇੱਕ ਕੱਟ ਲਗਾਇਆ ਜਾਂਦਾ। ਕੱਟ ਦਾ ਮਤਲਬ ਕੀ ਹੁੰਦਾ, ਜਿਹੜੀ ਫੋਟੋਸਿੰਥੇਸਿਸ ਦੇ ਨਾਲ ਐਨਰਜੀ ਪ੍ਰੋਡਿਊਸ ਕਰ ਰਿਹਾ ਪਲਾਂਟ, ਉਹਨੂੰ ਕੱਟ ਲਗਾ ਕੇ ਉਹਨੂੰ ਉਹਦੇ ਉੱਪਰਲੇ ਹਿੱਸੇ ਤੱਕ ਹੀ ਰਹਿਣ ਦਿੰਦੇ ਆ। ਉਹਨੂੰ ਗਰਾਊਂਡ ਜਿਹੜੇ ਪਾਰਟਸ ਹੁੰਦੇ ਨੇ ਪਲਾਂਟ ਦੇ ਵਿੱਚ, ਉਹਦੇ ਫਲੋ ਨੂੰ ਰੋਕਿਆ ਜਾਂਦਾ। ਇਸ ਦੇ ਨਾਲ ਉੱਪਰ ਫਲਾਵਰਿੰਗ ਜਿਹੜੀ ਆ ਉਹ ਜਲਦੀ ਆ ਜਾਂਦੀ ਆ, ਫਲ ਜਿਹੜਾ ਜਲਦੀ ਆ ਜਾਂਦਾ, ਕਿਉਂਕਿ ਕਾਰਬੋਹਾਈਡਰੇਟਸ ਅਕਿਊਮੂਲੇਟ ਹੋਣ ਲੱਗ ਜਾਂਦੇ ਨੇ। ਕਾਰਬੋਹਾਈਡਰੇਟਸ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਹਨ ਫਲਾਵਰਿੰਗ ਦੇ ਲਈ, ਅਤੇ ਨਾਲ ਦੀ ਨਾਲ ਕਈ ਹਾਰਮੋਨਸ ਜ਼ਰੂਰੀ ਹੁੰਦੇ ਹਨ ਜੋ ਕਿ ਤਾਂ ਅਕਿਊਮੂਲੇਟ ਹੋ ਜਾਂਦੇ ਨੇ, ਜਮ੍ਹਾਂ ਹੋ ਜਾਂਦੇ ਨੇ, ਜਿਹਦੇ ਨਾਲ ਕਿ ਅੱਗੇ ਜਾ ਕੇ ਫਲਾਵਰਿੰਗ ਹੋ ਜਾਂਦੀ ਆ। ਖਾਸ ਤੌਰ 'ਤੇ ਇਹਨੂੰ ਫਿੱਗ ਦੇ ਵਿੱਚ, ਅੰਜੀਰ ਦੇ ਵਿੱਚ ਆਪਣੇ ਕਮਰਸ਼ੀਅਲ ਲੈਵਲ 'ਤੇ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਹੁੰਦਾ ਹੈ ਬਹਾਰ ਟਰੀਟਮੈਂਟ। ਬਹਾਰ ਟਰੀਟਮੈਂਟ ਦਾ ਮਤਲਬ ਹੁੰਦਾ ਹੈ, ਕਈ ਫਲ ਜਿਹੜੇ ਨੇ ਉਹ ਇੱਕ ਸਾਲ ਦੇ ਵਿੱਚ ਉਹਨਾਂ 'ਤੇ ਕਈ ਵਾਰ ਫੁੱਲ ਆਉਂਦੇ ਹਨ। ਜਿਵੇਂ ਕਿ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਅਮਰੂਦ, ਅਨਾਰ, ਇਹਨਾਂ ਦੇ ਵਿੱਚ ਇੱਕ ਸਾਲ ਦੇ ਵਿੱਚ 2 ਜਾਂ 2 ਤੋਂ ਵੱਧ ਵਾਰ ਫੁੱਲ ਆਉਂਦੇ ਹਨ ਅਤੇ ਫਲ ਲੈਂਦੇ ਹਨ। ਇਹ ਸਦਾਬਹਾਰ ਬੂਟੇ ਹੁੰਦੇ ਹਨ, ਅਤੇ ਇਹਨਾਂ ਦੇ ਵਿੱਚ ਆਪਾਂ ਕਰੋਪ ਰੈਗੂਲੇਸ਼ਨ ਦੇ ਕੀ ਮਾਇਨੇ ਹਨ ਅਤੇ ਬਹਾਰ ਟਰੀਟਮੈਂਟ ਕਿਉਂ ਦਿੱਤਾ ਜਾਂਦਾ ਹੈ। ਕਰੋਪ ਰੈਗੂਲੇਸ਼ਨ ਦਾ ਮਤਲਬ ਹੁੰਦਾ ਹੈ ਕਿ ਆਪਦੀ ਰਿਕੁਆਇਰਮੈਂਟ ਦੇ ਅਕੋਰਡਿੰਗ, ਜਦੋਂ ਫਾਰਮਰ ਨੂੰ ਜ਼ਿਆਦਾ ਪ੍ਰਾਈਜ਼ ਮਿਲ ਰਿਹਾ ਮਾਰਕੀਟ ਦੇ ਵਿੱਚ, ਉਹਦੇ ਅਕੋਰਡਿੰਗ ਫਾਰਮਰ ਜਿਹੜਾ ਗਾ ਉਹ ਕਰੋਪ ਨੂੰ ਸੈੱਟ ਕਰ ਲੈਂਦਾ, ਉਹਦੀ ਫਲਾਵਰਿੰਗ ਨੂੰ ਸੈੱਟ ਕਰ ਲੈਂਦਾ, ਐਡਜਸਟ ਕਰ ਲੈਂਦਾ। ਜਿਵੇਂ ਕਿ ਆਪਾਂ ਅਮਰੂਦ ਦੇ ਵਿੱਚ ਐਗਜ਼ਾਮਪਲ ਲੈ ਕੇ ਚੱਲੀਏ, ਅਮਰੂਦ ਦੇ ਵਿੱਚ ਜੋ ਵੀ ਫਲ ਆ ਪਿਛਲੇ ਸੀਜ਼ਨ ਦੇ ਵਿੱਚ, ਜੋ ਕਿ ਗਰਮੀਆਂ ਦੇ ਸੀਜ਼ਨ 'ਚ ਆਉਂਦਾ ਹੈ, ਮੀਂਹਾਂ ਵੇਲੇ ਅਗਸਤ ਦੇ ਵਿੱਚ ਫਰੂਟ ਆਉਂਦਾ ਹੈ, ਉਹ ਸਾਰੇ ਦਾ ਸਾਰਾ ਫਰੂਟ ਫਲਾਈ ਤੋਂ ਇਨਫੈਕਟਡ ਹੁੰਦਾ ਹੈ। ਉਹ ਉਸ ਟਾਈਮ ਅਮਰੂਦ ਦਾ ਪ੍ਰਾਈਜ਼ ਵੀ ਘੱਟ ਹੁੰਦਾ ਹੈ। ਤਾਂ ਜੋ ਲੋਕ ਬਾਗਾਂ ਦੇ ਵਿੱਚ ਅਮਰੂਦ ਉਗਾਉਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਸ ਟਾਈਮ ਇੱਕ ਤਾਂ ਫਲ ਨੂੰ ਸਟੋਰ ਕਰਨਾ ਔਖਾ ਹੈ, ਸਪਲਾਈ ਕਰਨਾ ਔਖਾ ਹੈ, ਕਿਉਂਕਿ ਜਲਦੀ ਗਲ ਜਾਂਦਾ, ਪੈਰੀਸ਼ੇਬਲ ਬਹੁਤ ਹੁੰਦਾ ਹੈ, ਅਤੇ ਇਸ ਲਈ ਉਹ ਕਰੋਪ ਨੂੰ ਮੇਨਟੇਨ ਕਰਦੇ ਆ, ਰੈਗੂਲੇਟ ਕਰਦੇ ਆ। ਅਤੇ ਉਸ ਸੀਜ਼ਨ ਦੇ ਜੋ ਫੁੱਲ ਹੁੰਦੇ ਆ, ਉਹਨਾਂ ਨੂੰ ਜਾਂ ਤਾਂ ਪਾਣੀ ਰੋਕ ਕੇ ਬਾਗ ਦੇ ਵਿੱਚ, ਜਾਂ ਕਿਸੇ ਹਾਰਮੋਨ ਦੀ ਸਪਰੇਅ ਕਰਕੇ, ਜਿਵੇਂ NA ਦੀ ਸਪਰੇਅ ਕੀਤੀ ਜਾਂਦੀ ਹੈ, ਨੈਪਥਲੀਨ ਐਸੀਟਿਕ ਐਸਿਡ ਦੀ ਸਪਰੇਅ ਕਰਕੇ ਫੁੱਲ ਨੂੰ ਝਾੜ ਦਿੱਤਾ ਜਾਂਦਾ ਹੈ ਅਤੇ ਫਲ ਨਹੀਂ ਬਣਨ ਦਿੱਤਾ ਜਾਂਦਾ, ਤਾਂ ਕਿ ਜੋ ਸਰਦੀਆਂ ਦੇ ਵਿੱਚ ਅਮਰੂਦ ਦਾ ਫਲ ਆਉਣਾ ਹੈ ਉਹ ਜ਼ਿਆਦਾ ਆਵੇ। ਅਤੇ ਨਾਲ ਦੀ ਨਾਲ ਸਰਦੀਆਂ ਦੇ ਵਿੱਚ ਹੁਣ ਤੁਹਾਨੂੰ 10 ਦਿਨ ਜ਼ਿਆਦਾ ਮਿਲ ਜਾਂਦੇ ਹਨ। ਫਲ ਨੂੰ ਤੋੜਨ ਤੋਂ ਬਾਅਦ ਤੁਸੀਂ 1-2 ਦਿਨ ਸਟੋਰ ਵੀ ਕਰ ਸਕਦੇ ਹੋ, ਉਹਨੂੰ ਸਪਲਾਈ ਕਰ ਸਕਦੇ ਹੋ ਚੰਗੀ ਆਰਾਮ ਨਾਲ। ਉੱਪਰੋਂ ਸਰਦੀਆਂ ਦੇ ਵਿੱਚ ਅਮਰੂਦ ਦਾ ਰੇਟ ਜਿਹੜਾ ਹੁੰਦਾ ਹੈ ਉਹ ਜ਼ਿਆਦਾ ਹੁੰਦਾ ਹੈ, ਇਸ ਲਈ ਇਹ ਕਰੋਪ ਰੈਗੂਲੇਸ਼ਨ ਦਾ ਮੈਥਡ ਜਿਹੜਾ ਉਹ ਅਪਣਾਇਆ ਜਾਂਦਾ ਹੈ। ਬਹਾਰ ਟਰੀਟਮੈਂਟ ਦਾ ਇਹੀ ਮਤਲਬ ਹੈ, ਤਾਂ ਕਿ ਡਿਜ਼ਾਇਰੇਬਲ ਇਕਨੋਮਿਕ ਰਿਟਰਨ ਮਿਲ ਸਕੇ ਫਾਰਮਰ ਨੂੰ। ਫਰੂਟ ਡਿਵੈਲਪਮੈਂਟ ਮੈਚੂਰੇਸ਼ਨ ਐਟ ਵਨ ਟਾਈਮ ਫੈਸਿਲੀਟੇਟ, ਜਿਵੇਂ ਫਾਰਮਰ ਅਤੇ ਫਾਰਮ 'ਤੇ ਆਪਾਂ ਫਰਟੀਲਾਈਜ਼ਰਸ ਨੂੰ ਕੰਟਰੋਲ ਕਰ ਸਕਦੇ ਹਾਂ, ਇਰੀਗੇਸ਼ਨ ਨੂੰ ਕੰਟਰੋਲ ਕਰ ਸਕਦੇ ਹਾਂ। ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਕੇ ਆਪਾਂ ਉਹਨਾਂ ਦੀ ਗਰੋਥ ਨੂੰ ਅਤੇ ਫਲਾਵਰਿੰਗ ਨੂੰ ਕੰਟਰੋਲ ਕਰਦੇ ਹਾਂ, ਤਾਂ ਕਿ ਜੋ ਕਿਸਾਨਾਂ ਨੂੰ ਇਹਦਾ ਲੰਮੇ ਸਮੇਂ ਤੱਕ ਇਕਨੋਮਿਕ ਬੈਨੀਫਿਟ ਮਿਲ ਸਕੇ। ਅਤੇ ਇੱਥੇ ਤੱਕ ਆਪਣੀ ਪ੍ਰੈਜੈਂਟੇਸ਼ਨ ਪੂਰੀ ਹੁੰਦੀ ਹੈ। ਥੈਂਕ ਯੂ, ਧੰਨਵਾਦ।